ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦਾ ਰਾਜਾ ਬਹੁਤ ਦਿਆਲੂ ਸੀ, ਬੜਾ ਨੇਕ ਸੀ। ਉਸ ਦਾ ਆਪਣੀ ਪ੍ਰਜਾ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਸੀ। ਕਦੇ ਵੀ ਆਪਣੀ ਪ੍ਰਜਾ ਨੂੰ ਕੋਈ ਦਿੱਕਤ, ਕੋਈ ਪਰੇਸ਼ਾਨੀ, ਕੋਈ ਸਮੱਸਿਆ ਨਹੀਂ ਸੀ ਆਉਣ ਦਿੰਦਾ। ਜਦ ਵੀ ਕੋਈ ਫਰਿਆਦੀ ਉਸ ਦੇ ਦਰਬਾਰ ਤੇ ਆਇਆ ਕਰਦਾ, ਉਸ ਨੂੰ ਕਦੇ ਉਹ ਖਾਲੀ ਨਹੀਂ ਸੀ ਮੋੜਦਾ। ਹਮੇਸ਼ਾ ਨਿਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ। ਤੇ ਉਸ ਦੇ ਰਾਜ ਵਿੱਚ ਜਿੰਨੇ ਦਰਬਾਰੀ ਸਨ, ਜਿੰਨੇ ਮੰਤਰੀ ਸੰਤਰੀ ਸਨ, ਉਹ ਵੀ ਬਹੁਤ ਨੇਕ ਸੁਭਾਅ ਦੇ ਮਾਲਕ ਸਨ। ਇੱਕ ਵਾਰ ਇਸ ਦਰਬਾਰ ਦੇ ਵਿੱਚ ਇੱਕ ਪੰਡਤ ਆਇਆ। ਉਸਨੇ ਰਾਜੇ ਨੂੰ ਕਿਹਾ ਕਿ ਭਾਈ, ਤੂੰ ਆਪਣੇ ਦਰਬਾਰ ਦੇ ਵਿੱਚ ਪਰਿੰਦਾ ਜ਼ਰੂਰ ਰੱਖ, ਨਹੀਂ ਤਾਂ ਤੇਰੇ ਤੇ ਕਰੋਪੀ ਆ ਸਕਦੀ ਹੈ। ਜਦੋਂ ਤੋਂ ਉਹ ਗੱਲ ਕਹਿ ਕੇ ਗਿਆ ਸੀ, ਉਦੋਂ ਤੋਂ ਬਾਅਦ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਚਿੜੀ ਲਿਆ ਕੇ ਰੱਖੀ ਹੋਈ ਸੀ। ਚਿੜੀ ਦਾ ਆਲ੍ਹਣਾ ਪੱਕੇ ਤੌਰ ਤੇ ਦਰਬਾਰ ਦੇ ਵਿੱਚ ਰਹਿੰਦਾ ਸੀ। ਉਸਨੇ ਕਦੀ ਨਹੀਂ ਸੀ ਕਿਹਾ ਕਿ ਇਹ ਦਰਬਾਰ ਦੀ ਸੁੰਦਰਤਾ ਦੇ ਖਿਲਾਫ ਹੈ ਜਾਂ ਕਿਸੇ ਕਿਸਮ ਦੀ ਗੰਦਗੀ ਹੈ। ਉਹ ਹਮੇਸ਼ਾ ਹੱਸ ਖੇਡ ਕੇ ਰਹਿੰਦਾ। ਚਿੜੀ ਨਾਲ ਉਸ ਦਾ ਖਾਸ ਕਿਸਮ ਦਾ ਸਨੇਹ ਪੈ ਗਿਆ ਸੀ, ਮੋਹ ਪੈ ਗਿਆ ਸੀ। ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਗਿਆ, ਉਵੇਂ ਉਵੇਂ ਰਾਜੇ ਦਾ ਉਸ ਚਿੜੀ ਦੇ ਨਾਲ ਮੋਹ ਪ੍ਰੇਮ ਵੱਧਦਾ ਗਿਆ। ਉਹ ਚਿੜੀ ਦਾ ਬਹੁਤ ਖਿਆਲ ਰੱਖਦਾ ਸੀ। ਫਿਰ ਕੀ ਹੋਇਆ, ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸੇ ਦਿਨ ਹੀ ਚਿੜੀ ਦੇ ਆਂਡੇ ਵਿੱਚੋਂ ਵੀ ਇੱਕ ਬੋਟ ਨਿਕਲਿਆ। ਹੁਣ ਚਿੜੀ ਨੇ ਜਿੰਨਾ ਉਸਨੂੰ ਸਨੇਹ, ਮੋਹ, ਪਿਆਰ ਰਾਜੇ ਵੱਲੋਂ ਮਿਲਿਆ ਸੀ, ਓਨਾ ਹੀ ਉਸਨੇ ਰਾਜੇ ਦੇ ਪੁੱਤਰ ਵੱਲ ਮੋਹ ਪਿਆਰ ਵਧਾਇਆ। ਚਿੜੀ ਜਦ ਵੀ ਕੁਝ ਲੈਣ ਜਾਇਆ ਕਰਦੀ ਆਪਣੇ ਬੱਚੇ ਲਈ, ਉਹ ਰਾਜੇ ਦੇ ਬੱਚੇ ਲਈ ਵੀ ਲੈ ਕੇ ਆਇਆ ਕਰਦੀ, ਰਾਜੇ ਦੇ ਪੁੱਤਰ ਲਈ ਵੀ ਉਹੀ ਚੀਜ਼ ਲੈ ਕੇ ਆਇਆ ਕਰਦੀ। ਬਹੁਤੀ ਵਾਰ ਉਹ ਫਲ ਲੈ ਕੇ ਆਇਆ ਕਰਦੀ ਤੇ ਕਦੇ ਵੀ ਇੱਕ ਫਲ ਨਹੀਂ ਸੀ ਲਿਆਉਂਦੀ। ਹਮੇਸ਼ਾ ਜਦੋਂ ਜਾਂਦੀ ਦੋ ਫਲ ਲੈ ਕੇ ਆਇਆ ਕਰਦੀ, ਇੱਕ ਆਪਣੇ ਬੱਚੇ ਲਈ, ਇੱਕ ਰਾਜੇ ਦੇ ਪੁੱਤਰ ਲਈ। ਸੋ ਉਹਨੇ ਕਦੀ ਵੀ ਦੋਵਾਂ ਦੇ ਵਿੱਚ ਫਰਕ ਨਹੀਂ ਸੀ ਸਮਝਿਆ। ਇੱਕ ਵਾਰ ਕੀ ਹੋਇਆ ਕਿ ਚਿੜੀ ਨੂੰ ਕਿਤੇ ਦੂਰ ਜਾਣਾ ਪੈ ਗਿਆ ਤੇ ਚਿੜੀ ਨੂੰ ਚਿੰਤਾ ਨਹੀਂ ਸੀ। ਉਸਨੂੰ ਇਹ ਸੀ ਕਿ ਰਾਜ ਦਰਬਾਰ ਦੇ ਵਿੱਚ ਮੇਰਾ ਬੱਚਾ ਹੈ, ਮੈਨੂੰ ਚਿੰਤਾ ਕਿਸ ਗੱਲ ਦੀ। ਤੇ ਰਾਜਾ ਵੀ ਉਸ ਦਿਨ ਘਰ ਨਹੀਂ ਸੀ। ਰਾਜੇ ਦੀ ਭੈਣ ਉਸ ਬੱਚੇ ਨੂੰ ਖਿਡਾ ਰਹੀ ਸੀ। ਖਿਡਾਉਂਦਿਆਂ ਖਿਡਾਉਂਦਿਆਂ ਉਸ ਦਾ ਧਿਆਨ ਉਸ ਆਲ੍ਹਣੇ ਤੇ ਪਿਆ। ਉਸਨੇ ਦੇਖਿਆ ਕਿ ਉਸ ਦੇ ਵਿੱਚ ਛੋਟਾ ਬੋਟ ਹੈ। ਉਸਨੇ ਉਹ ਕੱਢ ਕੇ ਚਿੜੀ ਦਾ ਬੱਚਾ ਆਪਣੇ ਭਤੀਜੇ ਦੇ ਹੱਥ ਦੇ ਦਿੱਤਾ। ਕਹਿੰਦੀ, ਤੂੰ ਇਹਦੇ ਨਾਲ ਖੇਡ, ਇਹਨੂੰ ਵੀ ਖਿਡਾਉਣਾ ਹੀ ਸਮਝੋ। ਹੁਣ ਬੱਚਾ ਮਾਸੂਮ ਸੀ, ਉਸਨੂੰ ਪਤਾ ਨਹੀਂ ਸੀ। ਉਸ ਦੇ ਨਾਲ ਖੇਡਦਿਆਂ ਖੇਡਦਿਆਂ ਉਸਨੇ ਉਸ ਦਾ ਗਲ ਘੁੱਟ ਦਿੱਤਾ ਤੇ ਉਹ ਚਿੜੀ ਦਾ ਬੱਚਾ ਮਾਰਿਆ ਗਿਆ। ਉਧਰੋਂ ਰਾਜਾ ਵੀ ਆ ਗਿਆ ਤੇ ਉਧਰੋਂ ਚਿੜੀ ਵੀ ਵਾਪਿਸ ਪਰਤ ਆਈ। ਚਿੜੀ ਨੇ ਆ ਕੇ ਵਿਰਲਾਪ ਕੀਤਾ, ਰੋਣਾ ਧੋਣਾ ਕੀਤਾ। ਉਸਨੇ ਜਿੰਨੇ ਵੀ ਦਰਬਾਰ ਦੇ ਵਿੱਚ ਮੌਜੂਦ ਲੋਕ ਸਨ, ਸਾਰਿਆਂ ਨੂੰ ਬੁਰਾ ਭਲਾ ਕਿਹਾ। ਉਸਨੇ ਰਾਜੇ ਦਾ ਵੀ ਲਿਹਾਜ਼ ਨਹੀਂ ਕੀਤਾ। ਉਸਨੇ ਰਾਜੇ ਨੂੰ ਕਿਹਾ ਕਿ ਤੂੰ ਇੰਨਾ ਵੱਡਾ ਧਰਮੀ ਬੰਦਾ ਹੈ, ਤੂੰ ਫਿਰ ਵੀ ਭੁੱਲ ਗਿਆ ਕਿ ਸ਼ਰਨ ਵਿੱਚ ਆਏ ਹੋਏ ਦੀ, ਭੁੱਖ ਨਾਲ ਵਿਆਕੁਲ ਦੀ, ਜਿਸ ਪਿੱਛੇ ਦੁਸ਼ਮਣ ਪਏ ਹੋਣ ਉਸ ਦੀ, ਲੰਮੇ ਸਮੇਂ ਤੋਂ ਜੋ ਆਪਣੇ ਘਰ ਵਿੱਚ ਰਹਿੰਦਾ ਹੈ ਉਸ ਦੀ, ਤੇ ਆਪਣੇ ਤੋਂ ਕਮਜ਼ੋਰ ਦੀ ਹਮੇਸ਼ਾ ਰੱਖਿਆ ਕਰਨੀ ਚਾਹੀਦੀ ਹੈ, ਤੇ ਤੂੰ ਰੱਖਿਆ ਨਹੀਂ ਕਰ ਸਕਿਆ। ਜੇ ਕੋਈ ਇਹਨਾਂ ਦੀ ਰੱਖਿਆ ਨਹੀਂ ਕਰ ਸਕਦਾ ਤਾਂ ਉਹ ਧਰਮੀ ਨਹੀਂ, ਧਰਮੀ ਹੁੰਦਾ ਪਖੰਡ ਕਰਦਾ ਹੈ। ਪਰਮਾਤਮਾ ਉਸ ਦਾ ਨਿਬੇੜਾ ਆਪ ਕਰੇਗਾ ਤੇ ਰਾਜਾ ਤੇਰਾ ਵੀ ਨਿਬੇੜਾ ਪਰਮਾਤਮਾ ਕਰੇਗਾ। ਤੂੰ ਮੇਰੇ ਬੱਚੇ ਦੀ ਰੱਖਿਆ ਨਹੀਂ ਕਰ ਸਕਿਆ। ਇੰਨਾ ਕਹਿ ਕੇ ਉਸਨੇ ਰਾਜੇ ਦੇ ਪੁੱਤਰ ਦੀਆਂ ਦੋਨਾਂ ਅੱਖਾਂ ਚੁੰਝਾਂ ਮਾਰ-ਮਾਰ ਕੇ ਨੋਚ ਲਈਆਂ। ਉਸਨੇ ਉਹਨੂੰ ਅੱਖੋਂ ਤੋਂ ਪਰੋਖਾ ਕਰ ਦਿੱਤਾ। ਇੰਨਾ ਕਹਿ ਕੇ ਉਹ ਉੱਚਾ ਉੱਡ ਗਈ ਕਿ ਮੈਨੂੰ ਕੋਈ ਮਾਰ ਨਾ ਸਕੇ। ਰਾਜਾ ਇੱਕ ਵਾਰ ਗੁੱਸੇ ਦੇ ਨਾਲ ਲਾਲ ਪੀਲਾ ਹੋ ਗਿਆ, ਉਹ ਕ੍ਰੋਧਿਤ ਹੋ ਗਿਆ, ਪਰ ਫਿਰ ਉਹ ਗੁੱਸਾ ਪੀ ਗਿਆ, ਸ਼ਾਂਤ ਹੋ ਗਿਆ। ਉਹ ਕਹਿੰਦਾ ਕਿ ਮੇਰਾ ਪੁੱਤਰ ਸਿਰਫ ਅੰਨਾ ਹੋਇਆ, ਜਿਉਂਦਾ ਤਾਂ ਹੈ, ਇਸ ਚਿੜੀ ਦਾ ਬੱਚਾ ਤਾਂ ਮਰ ਹੀ ਗਿਆ। ਉਹ ਚਿੜੀ ਨੂੰ ਕਹਿਣ ਲੱਗਾ ਕਿ ਦੇਖ, ਜੋ ਤੂੰ ਕਰ ਲਿਆ ਉਹ ਵਧੀਆ ਕੀਤਾ ਹੈ, ਮੈਨੂੰ ਹੁਣ ਗੁੱਸਾ ਨਹੀਂ। ਗੁੱਸਾ ਆਇਆ ਜ਼ਰੂਰ ਸੀ, ਮੈਂ ਗੁੱਸਾ ਤਿਆਗ ਦਿੱਤਾ ਹੈ। ਹੁਣ ਤੂੰ ਗੁੱਸਾ ਗਿਲਾ ਛੱਡ ਕੇ ਵਾਪਿਸ ਉਸੇ ਤਰ੍ਹਾਂ ਮੇਰੇ ਮਹਿਲ ਦੇ ਵਿੱਚ ਰਹਿਣ ਲੱਗ ਜਾ, ਜਿੱਥੇ ਤੇਰਾ ਆਲ੍ਹਣਾ ਹੈ ਉੱਥੇ ਵਾਪਿਸ ਆ ਜਾ। ਚਿੜੀ ਕਹਿੰਦੀ, ਮੈਨੂੰ ਤੇਰੇ ਪੁੱਤਰ ਦੇ ਨਾਲ ਪ੍ਰੇਮ ਸੀ, ਮੈਨੂੰ ਆਪਣੇ ਪੁੱਤਰ ਦੇ ਨਾਲ ਵੀ ਪ੍ਰੇਮ ਸੀ, ਪਰ ਜੋ ਕੁਛ ਮੈਂ ਕਰ ਬੈਠੀ ਹਾਂ, ਹੁਣ ਮੈਂ ਗੁਨਾਹਗਾਰ ਹੋ ਗਈ ਹਾਂ। ਮੈਂ ਤੇਰੀ ਗੁਨਾਹਗਾਰ ਹਾਂ ਰਾਜਾ, ਕਿਉਂਕਿ ਮੈਂ ਤੇਰੇ ਪੁੱਤਰ ਨੂੰ ਨੇਤਰਹੀਣ ਕਰ ਦਿੱਤਾ ਹੈ। ਸ਼ਾਇਦ ਤੇਰੇ ਪੁੱਤਰ ਦਾ ਤਾਂ ਕਸੂਰ ਵੀ ਕੋਈ ਨਹੀਂ, ਕਸੂਰ ਉਹਨਾਂ ਦਾ ਜਿਨ੍ਹਾਂ ਨੂੰ ਸਮਝ ਹੈ, ਬੇਸਮਝ ਦਾ ਕੀ ਕਸੂਰ। ਮੈਂ ਹੁਣ ਤੇਰੇ ਘਰ ਦੇ ਵਿੱਚ ਨਹੀਂ ਰਹਿ ਸਕਦੀ, ਕਿਉਂਕਿ ਮੈਂ ਤੇਰੇ ਪੁੱਤਰ ਦੀ ਗੁਨਾਹਗਾਰ ਹਾਂ ਤੇ ਮੈਨੂੰ ਤੇਰੇ ਘਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਸਿਆਣੇ ਕਹਿੰਦੇ ਨੇ ਕਿ ਖੋਟੇ ਮਿੱਤਰ ਤੋਂ, ਖੋਟੇ ਦੇਸ਼ ਤੋਂ, ਖੋਟੇ ਰਾਜੇ ਤੋਂ, ਖੋਟੇ ਰਿਸ਼ਤੇਦਾਰ ਕਰੀਬੀ ਤੋਂ ਦੂਰ ਹੀ ਰਿਹਾ ਜਾਣਾ ਚਾਹੀਦਾ ਹੈ। ਇਹਨਾਂ ਨੂੰ ਜਿੰਨੀ ਛੇਤੀ ਹੋਵੇ ਉਨੀ ਛੇਤੀ ਹੱਥ ਜੋੜ ਦੇਣੇ ਚਾਹੀਦੇ ਨੇ, ਕਿਉਂਕਿ ਇਹਨਾਂ ਨਾਲ ਭਰੋਸਾ ਰੱਖਣ ਦਾ ਕੋਈ ਫਾਇਦਾ ਨਹੀਂ। ਇਹ ਕਦੇ ਵੀ ਦਗਾ ਦੇ ਸਕਦੇ ਨੇ। ਇਹਨਾਂ ਤੇ ਵਿਸ਼ਵਾਸ ਕਰਨਾ ਖੁਦ ਨੂੰ ਖਤਮ ਕਰਨ ਦੇ ਬਰਾਬਰ ਹੈ। ਇੱਕ ਵਾਰ ਜਦੋਂ ਧਾਗਾ ਟੁੱਟ ਗਿਆ ਤਾਂ ਫਿਰ ਜਿੰਨੀ ਮਰਜ਼ੀ ਉਸ ਨੂੰ ਗੰਢ ਮਾਰ ਲਵੋ, ਉਹ ਪਹਿਲਾਂ ਵਾਲੀ ਗੱਲ ਨਹੀਂ ਰਹੇਗੀ, ਉਹ ਰੜਕਦੀ ਰਹੇਗੀ। ਰਾਜਾ, ਹੁਣ ਤੂੰ ਜਿੰਨਾ ਮਰਜ਼ੀ ਕਹਿ, ਪਰ ਹੁਣ ਤੂੰ ਮੇਰਾ ਸ਼ਤਰੂ ਬਣ ਹੀ ਗਿਆ। ਮੈਨੂੰ ਹਮੇਸ਼ਾ ਤੂੰ ਸ਼ਤਰੂ ਮੰਨੇਗਾ, ਸਾਥੀ ਨਹੀਂ ਰਹੀ ਮੈਂ ਤੇਰੀ।
ਜਦੋਂ ਤੂੰ ਮੈਨੂੰ ਉੱਠਦਿਆਂ ਦੇਖੇਂਗਾ, ਚੋਗਾ ਚੁਗਦਿਆਂ ਦੇਖੇਂਗਾ, ਜਦੋਂ ਤੂੰ ਮੈਨੂੰ ਰਾਜ ਦਰਬਾਰ ਦੇ ਵਿੱਚ ਦੇਖੇਂਗਾ, ਤਾਂ ਤੇਰਾ ਗਮ ਫਿਰ ਤੋਂ ਹਰਾ ਹੋ ਜਾਇਆ ਕਰੇਗਾ। ਤੈਨੂੰ ਫਿਰ ਤੋਂ ਯਾਦ ਆ ਜਾਇਆ ਕਰੇਗਾ ਕਿ ਮੈਂ ਤੇਰੀ ਗੁਨਹਗਾਰ ਹਾਂ, ਤੇਰੇ ਪੁੱਤਰ ਦੀਆਂ ਅੱਖਾਂ ਨੋਚਣ ਵਾਲੀ ਮੈਂ ਹਾਂ। ਤੂੰ ਇਹੀ ਗੱਲ ਵਾਰ-ਵਾਰ ਮਨ ਦੇ ਵਿੱਚ ਸੋਚੀ ਜਾਇਆ ਕਰਨੀ ਹੈ ਕਿ ਮੇਰੇ ਪੁੱਤਰ ਦਾ ਕੀ ਕਸੂਰ ਸੀ। ਕਸੂਰ ਤਾਂ ਮੇਰੀ ਭੈਣ ਦਾ ਸੀ, ਮੇਰੇ ਪੁੱਤਰ ਦਾ ਤਾਂ ਕਸੂਰ ਹੀ ਕੋਈ ਨਹੀਂ ਸੀ। ਮੇਰੀ ਭੈਣ ਦਾ ਕਸੂਰ ਸੀ ਜਿਸ ਨੇ ਉਸ ਨੂੰ ਖੁਡਾਉਣਾ ਸਮਝਿਆ, ਜਿਸ ਨੇ ਉਸ ਵਿਚਲੀ ਜਾਨ ਦੀ ਭੁਰਾ ਫਿਕਰ ਨਹੀਂ ਕੀਤੀ, ਪਰ ਉਸ ਦੀ ਸਜ਼ਾ ਮੈਂ ਤੇਰੇ ਪੁੱਤਰ ਨੂੰ ਦਿੱਤੀ ਹੈ। ਤੂੰ ਮੰਨ ਚਾਹੇ ਨਾ ਮੰਨ, ਤੂੰ ਕਦੀ ਨਾ ਕਦੀ ਮੈਨੂੰ ਸ਼ਤਰੂ ਮੰਨੇਗਾ ਤੇ ਮੇਰਾ ਨੁਕਸਾਨ ਕਰਨ ਬਾਰੇ ਜ਼ਰੂਰ ਸੋਚੇਂਗਾ। ਤੇ ਮੈਂ ਵੀ ਜਿੰਨੀ ਮਰਜ਼ੀ ਸੱਚੀ ਬਣਨ ਦੀ ਕੋਸ਼ਿਸ਼ ਕਰਾਂ, ਮੈਂ ਤੇਰੀ ਗੁਨਾਹਗਾਰ ਹਾਂ, ਕਿਉਂਕਿ ਗਲਤੀ ਮੈਥੋਂ ਹੋਈ ਹੈ। ਜੇ ਮੈਂ ਚਾਹੁੰਦੀ, ਜੇ ਮੈਂ ਸੋਚਦੀ, ਜੇ ਮੈਂ ਦਿਮਾਗ ਤੋਂ ਕੰਮ ਲੈਂਦੀ ਤਾਂ ਸ਼ਾਇਦ ਮੈਂ ਤੇਰੇ ਪੁੱਤਰ ਦਾ ਨੁਕਸਾਨ ਨਾ ਕਰਦੀ। ਹੁਣ ਉਹ ਇਸ ਰੰਗਲੀ ਦੁਨੀਆ ਨੂੰ ਕਦੇ ਨਹੀਂ ਦੇਖ ਸਕੇਗਾ। ਇਸ ਲਈ ਮੈਂ ਤੇਰੀ ਗੁਨਾਹਗਾਰ ਹਾਂ। ਹੁਣ ਤੂੰ ਮੈਨੂੰ ਸ਼ਤਰੂ ਹੀ ਮੰਨੇਗਾ ਤੇ ਮੈਨੂੰ ਇਹੀ ਬਿਹਤਰ ਹੈ ਮੇਰੇ ਲਈ ਕਿ ਮੈਂ ਤੇਰੇ ਘਰ ਤੋਂ, ਤੇਰੇ ਦਰਬਾਰ ਤੋਂ ਦੂਰ ਚਲੀ ਜਾਵਾਂ। ਸਿਆਣੇ ਕਹਿੰਦੇ ਹਨ ਕਿ ਜਦੋਂ ਕੋਈ ਦੁਸ਼ਮਣ ਬਣ ਜਾਵੇ, ਉਸ ਤੋਂ ਬਾਅਦ ਚਾਹੇ ਨਾਲ ਰਹਿੰਦਾ ਵੀ ਰਵੇ, ਹਰ ਵੇਲੇ ਖਾਣਾ ਵੀ ਨਾਲ ਖਾਵੇ, ਇਕੱਠਿਆਂ ਵੀ ਰਵੇ, ਜਿੰਨੀ ਮਰਜ਼ੀ ਉਹਨਾਂ ਦੇ ਵਿੱਚ ਸੁਲ੍ਹਾ ਸਫਾਈ ਕਰਾ ਦਿੱਤੀ ਹੋਵੇ, ਜਿੰਨੇ ਮਰਜ਼ੀ ਸਿਆਣੇ ਲੋਕ ਉਹਨਾਂ ਦੇ ਵਿੱਚ ਪੈ ਗਏ ਹੋਣ, ਪਰ ਇੱਕ ਦੁਸ਼ਮਣ ਦੀ ਦੂਜੇ ਦੁਸ਼ਮਣ ਨੂੰ ਮਾਰਨ ਦੀ, ਖਤਮ ਕਰਨ ਦੀ ਲਾਲਸਾ ਕਦੇ ਨਹੀਂ ਮੁੱਕਦੀ। ਅੰਤਮ ਸਾਹ ਤੱਕ ਉਹ ਇਹੀ ਸੋਚਦਾ ਹੈ ਕਿ ਜਦੋਂ ਸਹੀ ਵਕਤ ਆਇਆ, ਸਹੀ ਵੇਲਾ ਆਇਆ, ਮੈਂ ਇਸ ਨੂੰ ਦਬੋਚ ਲਵਾਂਗਾ, ਮੈਂ ਇਸ ਦੇ ਪ੍ਰਾਣ ਹਰ ਲਵਾਂਗਾ, ਮੈਂ ਇਸ ਨੂੰ ਖਤਮ ਕਰ ਦਿਆਂਗਾ। ਇੱਕ ਦੁਸ਼ਮਣ ਦੀ ਹਮੇਸ਼ਾ ਮਨ ਵਿੱਚ ਚਾਹ ਹੁੰਦੀ ਹੈ ਕਿ ਮੈਂ ਆਪਣੇ ਦੂਜੇ ਦੁਸ਼ਮਣ ਨੂੰ ਰੋਂਦਿਆਂ, ਕਰਲਾਉਂਦਿਆਂ, ਵਿਲਕਦਿਆਂ ਦੇਖਾਂ। ਮੈਂ ਦੇਖਾਂ ਕਿ ਕਿਵੇਂ ਇਹ ਪਰਮਾਤਮਾ ਦੇ ਅੱਗੇ ਪੱਲੇ ਅੱਡ ਕੇ ਜ਼ਿੰਦਗੀ ਲਈ ਰਹਿਮ ਮੰਗ ਰਿਹਾ ਹੋਵੇ। ਇਸ ਕਰਕੇ ਮੈਨੂੰ ਇਹੀ ਬਿਹਤਰ ਲੱਗਦਾ ਹੈ, ਜਿਹੜੀ ਗੱਲ ਸਿਆਣਿਆਂ ਨੇ ਆਖੀ ਹੈ, ਮੈਂ ਉਸ 'ਤੇ ਜ਼ਰੂਰ ਅਮਲ ਕਰਨਾ ਚਾਹੁੰਦੀ ਹਾਂ। ਜੋ ਕੁਝ ਹੋ ਗਿਆ, ਜਿੰਨਾ ਕੁਝ ਬੀਤ ਗਿਆ, ਉਹ ਵਧੀਆ ਬੀਤਿਆ। ਮੈਂ ਗਮਗੀਨ ਵੀ ਹਾਂ ਕਿ ਮੇਰਾ ਪੁੱਤਰ ਇਸ ਜਹਾਨ ਤੋਂ ਤੁਰ ਗਿਆ, ਤੇ ਮੈਂ ਇਸ ਗੱਲ ਦੀ ਮਾਫੀ ਵੀ ਮੰਗਦੀ ਹਾਂ ਕਿ ਮੈਂ ਤੇਰੇ ਪੁੱਤਰ ਦਾ ਨੁਕਸਾਨ ਕਰ ਦਿੱਤਾ ਹੈ। ਤੂੰ ਜੋ ਕੁਛ ਮਰਜ਼ੀ ਕਹੇ, ਹੁਣ ਮੈਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ। ਮੈਨੂੰ ਹੁਣ ਤੂੰ ਚਲਿਆ ਜਾਣ ਦੇ। ਇੰਨੀ ਗੱਲ ਕਹਿ ਕੇ ਚਿੜੀ ਉੱਡ ਗਈ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਕੀ ਦੱਸਣਾ ਚਾਹੁੰਦਾ ਹੈ? ਕਹਾਣੀਕਾਰ ਨੇ ਬਹੁਤ ਵੱਡਾ ਸਾਨੂੰ ਮੈਸੇਜ ਦਿੱਤਾ ਹੈ। ਸਭ ਤੋਂ ਪਹਿਲਾ ਸੰਦੇਸ਼ ਉਹ ਇਹ ਦਿੰਦਾ ਹੈ ਕਿ ਕਦੇ ਵੀ ਜਦੋਂ ਅਸੀਂ ਗੁੱਸੇ ਦੇ ਵਿੱਚ ਆ ਜਾਂਦੇ ਹਾਂ ਤਾਂ ਉਦੋਂ ਦਿਮਾਗ ਤੋਂ ਕੰਮ ਜ਼ਰੂਰ ਲਈਏ। ਇਹ ਨਾ ਹੋਵੇ ਕਿ ਜੇ ਗੁੱਸਾ ਆ ਗਿਆ, ਸਾਡੀ ਅਕਲ ਤੇ ਪਰਦਾ ਪੈ ਜਾਵੇ ਤੇ ਫਿਰ ਅਸੀਂ ਬਿਨਾਂ ਸੋਚੀ ਸਮਝੇ ਕੁਝ ਵੀ ਕਰ ਦਈਏ, ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਸਭ ਤੋਂ ਵੱਡੇ ਨੁਕਸਾਨ ਕਰ ਬੈਠਦੇ ਨੇ। ਤੇ ਫਿਰ ਜਦੋਂ ਗੁੱਸਾ ਸ਼ਾਂਤ ਹੋ ਜਾਂਦਾ, ਉਦੋਂ ਚਾਹੇ ਲੱਖ ਮਾਫੀਆਂ ਮੰਗ ਲਵੋ, ਉਹ ਜਿਹੜੇ ਸ਼ਬਦ ਬੋਲ ਦਿੱਤੇ ਜਾਂ ਉਹ ਜਿਹੜਾ ਕੁਝ ਕਰ ਲਿਆ, ਉਹ ਨਾ ਤਾਂ ਸ਼ਬਦ ਵਾਪਸ ਆਉਣਗੇ ਤੇ ਨਾ ਜਿਹੜਾ ਕੰਮ ਕਰ ਲਿਆ ਉਹ ਦੁਬਾਰਾ ਪਹਿਲਾਂ ਵਾਂਗੂ ਹੋ ਸਕੇਗਾ। ਸੋ ਪਹਿਲਾ ਸੰਦੇਸ਼ ਸਾਨੂੰ ਉਸਨੇ ਇਹੀ ਦਿੱਤਾ ਕਿ ਗੁੱਸੇ ਤੇ ਕਾਬੂ ਰੱਖੋ। ਤੇ ਦੂਜਾ ਸੰਦੇਸ਼ ਉਹ ਇਹ ਦੇਣਾ ਚਾਹੁੰਦਾ ਕਿ ਜਦੋਂ ਸਾਡਾ ਕੋਈ ਮਿੱਤਰ, ਸਾਡਾ ਕੋਈ ਆਪਣਾ, ਸਾਡਾ ਦੁਸ਼ਮਣ ਬਣ ਗਿਆ, ਸਾਡਾ ਸ਼ਤਰੂ ਬਣ ਗਿਆ, ਫਿਰ ਉਸ ਤੋਂ ਦੂਰ ਹੋ ਜਾਣ ਦੇ ਵਿੱਚ ਬਿਹਤਰੀ ਹੋਵੇਗੀ। ਉਸ ਤੋਂ ਬਾਅਦ ਸੁਲ੍ਹਾ ਸਫਾਈ ਕਰਨ ਦਾ ਫਾਇਦਾ ਨਹੀਂ, ਕਿਉਂਕਿ ਜਦੋਂ ਅਸੀਂ ਆਪਣੇ ਕਿਸੇ ਦੋਸਤ ਦਾ ਨੁਕਸਾਨ ਕਰ ਦਿੱਤਾ, ਆਪਣੇ ਮਿੱਤਰ ਦਾ ਨੁਕਸਾਨ ਕਰ ਦਿੱਤਾ, ਤਾਂ ਇਹ ਸੰਭਵ ਹੈ ਕਿ ਕੱਲ੍ਹ ਨੂੰ ਉਹ ਸਾਡਾ ਨੁਕਸਾਨ ਕਰ ਸਕਦਾ ਹੈ ਤੇ ਉਦੋਂ ਵੱਡਾ ਨੁਕਸਾਨ ਕਰ ਸਕਦਾ ਹੈ। ਬਿਹਤਰ ਇਹੀ ਹੈ ਕਿ ਮਿੱਤਰ ਨੂੰ ਕਦੀ ਦੁਸ਼ਮਣ ਨਾ ਬਣ ਦਿਓ, ਪਰ ਜਦੋਂ ਕੋਈ ਤੁਹਾਡਾ ਦੁਸ਼ਮਣ ਬਣ ਗਿਆ, ਫਿਰ ਤੋਂ ਦੂਰ ਰਹਿਣ ਦੇ ਵਿੱਚ ਬਿਹਤਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।